विच बानी अमृत सारे। गुरबाणी कह सेवक जन मानै, परतख गुरु निस्तारे। तुर की बाणी आई, तिन सगली चिंत मटाई। दयाल पुरख मेहरबाना, हर नानक साच बखाना। हऊँ आया दूरों चल के, मैं थकी तो सरनाए जियो। मैं आशा रखी चित में, मेरा सबो दुख गवाए जियो। आज्ञा भई अकाल की, तबै चलायो पंथ। सब सिखन को हुक्म है, गुरु मान्यो ग्रंथ। सब सिखन को हुक्म है, गुरु मान्यो ग्रंथ। होवै सिफत समधि, नूर अरसों कुरसों। तुध डिठे सच्चे पातशाह, मल जन्म दी कटिया। तुध डिठे सच्चे पातशाह, मल जन्म दी कटिया। सतनाम श्री वाहिगुरु साहिब जीओ। रामानंद जी घर पहला, एक ओंकार सतगुर प्रसाद। कत जाइए रे घर लागो रंग। मेरा चेतना चलै मन, भयो पंग। कत जाइए रे घर लागो रंग। वाहिगुरु जी का खालसा, वाहिगुरु जी की फतेह। गरीब नवाज पतत पावन गुरु ग्रंथ साहिब महाराज जियां दी पवित्र हजूरी विच आप संगत ने बैठ के गुरबाणी दे रस भिन्ने कीर्तन शब्द सरवण कीते। अज दा दिहाड़ा धन गुरु ग्रंथ साहिब पातशाह जी नूं गुरता गद्दी जो है गुरियाई गद्दी, 10वें पातशाह महाराज साहब जियां ने श्री हजूर साहब की धरती ते ये साडे ते बख्शिश करदियां होया गुरियाई बख्शिश करके आखिया, सब सिखन को हुक्म है गुरु मान्यो। ये अज दा दिहाड़ा भी सानू प्राप्त हो रहा है। महाराज जियां दे इस दिहाड़े की विचार भी आपां सरवण करांगे। उस तो पहला जो गुरबाणी का शब्द सानू प्राप्त हो रहा है उसकी विचार सरवण करिए। शरीर करके महाराज दे कोल आके बैठे हाँ, सतगुरु कृपा करन साडा मन भी इत्थे टिके ते भावना दे नाल महाराज दे अमृत बचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। रामानंद
ਰਾਮਾਨੰਦ ਜੀ ਘਰ ਪਹਿਲਾ। ਇੱਥੇ ਸਤਿਗੁਰਾਂ ਦੇ ਸ਼੍ਰੋਮਣੀ ਭਗਤ ਰਾਮਾਨੰਦ ਜੀ ਦੀ ਜੋ ਬਾਣੀ ਹੈ ਉਹ ਮਹਾਰਾਜ ਇੱਥੇ ਅੰਕਿਤ ਕਰਦੇ ਪਏ। ਇਹ ਰਾਮਾਨੰਦ ਜੀ ਦੇ ਕੋਲੋਂ ਹੀ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਲੈ ਕੇ ਤੇ ਬੰਦਗੀ ਕੀਤੀ ਹੈ। ਭਗਤ ਕਬੀਰ ਜੀ ਇਹਨਾਂ ਦੇ ਚੇਲੇ ਸਨ। ਰਾਮਾਨੰਦ ਜੀਆਂ ਦੇ ਭਗਤ ਸੈਣ ਜੀ ਹੋਏ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਦਾ ਨਗਰ ਹੈ, ਉਹ ਵੀ ਇਹਨਾਂ ਦੀ ਉਪਮਾ ਸੁਣ ਕੇ ਕਾਂਸ਼ੀਪੁਰੀ ਵਿੱਚ ਗਏ। ਇਹਨਾਂ ਨੂੰ ਗੁਰੂ ਧਾਰਨ ਕਰਕੇ ਉਸ ਵੇਲੇ ਉਪਦੇਸ਼ ਲੈ ਕੇ ਤੇ ਕਮਾਈ ਕੀਤੀ ਹੈ। ਇਹ ਐਸੇ ਬੰਦਗੀ ਵਾਲੇ ਮਹਾਂਪੁਰਖ ਹੋਏ ਨੇ। 15 ਭਗਤਾਂ ਵਿੱਚ ਇਹਨਾਂ ਨੂੰ ਸ਼੍ਰੋਮਣੀ ਭਗਤ ਮੰਨਿਆ ਹੈ, ਜਿਨ੍ਹਾਂ ਦੀ ਸਿੱਖਿਆ ਲੈ ਕੇ ਬਾਕੀ ਭਗਤਾਂ ਨੇ ਵੀ ਕਮਾਈ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਹੈ। ਰਾਮਾਨੰਦ ਜੀ ਘਰ ਪਹਿਲੇ ਦੇ ਅੰਦਰ ਇਹ ਜੋ ਉਪਦੇਸ਼ ਹੈ ਪਵਿੱਤਰ ਸਾਡੇ ਭਲੇ ਵਾਸਤੇ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਘਰ ਦੀ ਜੋ ਮਰਿਆਦਾ ਪਰੰਪਰਾ ਹੈ ਕਿ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ, ਧੰਨਵਾਦ ਕਰਨਾ, ਫਿਰ ਗੁਰਬਾਣੀ ਨੂੰ ਲਿਖਣਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ੁਕਰਾਨਾ ਕਰਦੇ ਪਏ। ਅਕਾਲ ਪੁਰਖ ਜੀ ਤੁਸੀਂ ਇੱਕ ਹੋ, ਤੁਹਾਡੀ ਪ੍ਰਾਪਤੀ ਜੇ ਕੋਈ ਕਰਨੀ ਚਾਹੁੰਦਾ ਹੈ ਤੇ ਉਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰਨੀ ਪਵੇ ਤੇ ਫਿਰ ਹੀ ਉਹ ਤੁਹਾਡੀ ਪ੍ਰਾਪਤੀ ਕਰ ਸਕਦਾ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਇਹ ਮੰਗਲਾ ਚਰਨ ਬਖਸ਼ਿਸ਼ ਕੀਤਾ ਹੈ। ਕਤ ਜਾਈਏ ਰੇ ਘਰ ਲਾਗੋ ਰੰਗ। ਗੁਰਮੁਖੋ ਕਾਸ਼ੀ ਦੇ ਵਾਰ-ਵਾਰ ਨਾ ਇੱਕ ਮੰਦਰ ਹੈ, ਜਿਸ ਮੰਦਰ ਦਾ ਨਾਮ ਹੈ ਬ੍ਰਹਮ ਨਾਮ ਦਾ ਇਹ ਮੰਦਰ ਹੈ। ਇੱਥੇ ਸਾਲ ਪਿੱਛੋਂ ਇੱਕ ਮੇਲਾ ਲੱਗਦਾ ਹੈ। ਤੇ ਪਹਿਲਾਂ ਕਿਤੇ ਇਹ ਰਾਮਾਨੰਦ ਜੀ ਕਿਸੇ ਮੇਲੇ ਵਿੱਚ ਗਏ ਹੋਣਗੇ ਤੇ ਐਤਕੀ ਸਾਲ ਪਿੱਛੋਂ ਫਿਰ ਮੇਲਾ ਆ ਗਿਆ ਤੇ ਲੋਕਾਂ ਨੇ ਆਖਿਆ ਵੀ ਆਓ ਰਾਮਾਨੰਦ ਜੀ ਚੱਲੀਏ। ਰਾਮਾਨੰਦ ਜੀ ਨੇ ਉਸ ਵੇਲੇ ਫਿਰ ਇਹ ਬਚਨ ਜਿਹੜੇ ਹਨ ਉਹ ਸ਼ਬਦ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ। ਆਖਦੇ ਹਨ, ਕਤ ਜਾਈਏ ਰੇ ਘਰ ਲਾਗੋ ਰੰਗ। ਰਾਮਾਨੰਦ ਜੀ ਕਹਿੰਦੇ ਹੁਣ ਕਿੱਥੇ ਜਾਣਾ ਹੈ? ਹੁਣ ਤੇ ਘਰ ਹਿਰਦੇ ਵਿੱਚ ਪਹਿਲਾਂ ਹੀ ਪਰਮਾਤਮਾ ਦਾ ਆਨੰਦ ਬਣ ਗਿਆ ਹੈ। ਹੁਣ ਤੇ ਉਹਦੀ ਪ੍ਰਾਪਤੀ ਹੋ ਗਈ ਹੈ। ਹੁਣ ਕਿਹੜੇ ਧਾਰਮਿਕ ਸਥਾਨ ਤੇ ਜਾਣਾ, ਕਿਹੜੇ ਮੰਦਰ ਤੇ ਜਾਣ ਦੀ ਗੱਲ ਕਰਦੇ ਹੋ? ਕਿਤੇ ਜਾਣ ਦੀ ਲੋੜ ਨਹੀਂ। ਵਸੀ ਰੱਬ ਹਿਆਲੀ ਹੈ, ਰੱਬ ਦੇ ਅੰਦਰ ਵਸ ਚੁੱਕਿਆ, ਪ੍ਰਗਟ ਹੋ ਚੁੱਕਿਆ, ਉਹਦਾ ਆਨੰਦ ਪ੍ਰੇਮ ਬਣ ਚੁੱਕਿਆ ਹੈ। ਹੁਣ ਕਿਤੇ ਜਾਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਵੀ ਬਰਮਾ ਜੀ ਨੇ ਇੱਥੇ ਤਪ ਕੀਤਾ ਸੀ। ਇਹ ਜਿਹੜਾ ਕਾਂਸ਼ੀਪੁਰ ਦੇ ਵਿੱਚ ਕੋਈ ਮੰਦਰ ਹੈ ਨਾ, ਇੱਥੇ ਬਰਮਾ ਨੇ ਤਪ ਕੀਤਾ ਤੇ ਬ੍ਰਹਮ ਨਾਮ ਦਾ ਹੀ ਇਹ ਮੰਦਰ ਹੈ ਤੇ ਬੜਾ ਭਾਰੀ ਸਾਲ ਪਿੱਛੋਂ ਮੇਲਾ ਲੱਗਦਾ ਹੈ। ਇਸੇ ਤਰ੍ਹਾਂ ਬਰਮਾ ਨੇ ਅਯੁੱਧਿਆ ਵਿਖੇ ਵੀ ਸਰਜੂ ਨਦੀ ਦੇ ਕਿਨਾਰੇ ਤਪ ਕੀਤਾ ਤੇ ਉੱਥੇ ਵੀ ਮੰਦਰ ਬਣਿਆ ਹੋਇਆ, ਪਰ ਇਸ ਨੂੰ ਕਿਸੇ ਰਿਸ਼ੀ ਦਾ ਸ਼ਰਾਪ ਮਿਲਿਆ ਸੀਗਾ ਵੀ ਤੇਰੇ ਮੰਦਰ ਨਹੀਂ ਬਣਨਗੇ ਤੇ ਇਸ ਕਰਕੇ ਇਹਦੇ ਮੰਦਰ ਬਹੁਤੇ ਨਹੀਂ। ਚਲੋ ਰੋ ਵਿਚਾਰ ਇਹ ਪਰ ਰਾਮਾਨੰਦ ਜੀ ਕਹਿਣ ਲੱਗੇ ਵੀ ਭਾਈ ਹੁਣ ਤੇ ਆਨੰਦ ਬਣ ਗਿਆ ਹੈ, ਪ੍ਰਾਪਤੀ ਹੈ, ਹੁਣ ਸਾਨੂੰ ਕਿਸੇ ਮੰਦਰ ਮਸਜਿਦ ਵਿੱਚ ਜਾਣ ਦੀ ਲੋੜ ਨਹੀਂ ਹੈ। ਗੁਰਮੁਖੋ ਭਾਈ ਲਹਿਣਾ ਸਿੰਘ ਜੀ ਹੋਏ ਕਬੀਰ ਪੰਥੀ ਹੈ। ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ, ਨਾਮ ਸੀ ਉਹਨਾਂ ਦਾ ਭਾਈ ਲਹਿਣਾ। ਕਬੀਰ ਪੰਥੀਏ ਹੋਏ, ਕਬੀਰ ਸਾਹਿਬ ਜੀ ਦੇ ਕੁੱਲ ਵਿੱਚੋਂ ਕਹਿ ਲਈਏ, ਉਹਨਾਂ ਦੀ ਜਾਤ ਬਰਾਦਰੀ ਵਿੱਚੋਂ ਹੋਏ। ਇਹਨਾਂ ਨੇ ਅੰਮ੍ਰਿਤ ਵੀ ਛਕਿਆ ਤੇ ਗੁਰੂ ਕੇ ਸਿੰਘ ਸਜ ਗਏ ਸਨ। ਭਾਈ ਲਹਿਣਾ ਸਿੰਘ ਜੀ ਬਣ ਗਏ। ਇਹਨਾਂ ਨੇ ਇੱਕ ਪੁਸਤਕ ਲਿਖੀ ਹੈ, ਇੱਕ ਗ੍ਰੰਥ ਲਿਖਿਆ ਹੈ, ਉਹਦੇ ਵਿੱਚ ਭਗਤਾਂ ਦਾ ਜੀਵਨ ਲਿਖਿਆ ਸਾਰਿਆਂ ਦਾ। ਉਹਨਾਂ ਨੇ ਬਚਨ ਲਿਖਿਆ ਵੀ ਕਾਸ਼ੀ ਦੇ ਵਿੱਚ ਇੱਕ ਬਾਗ ਹੈ ਬੜਾ ਸੋਹਣਾ ਤੇ ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਚਰਨ ਪਾਏ ਸਨ ਤੇ ਉਸ ਬਾਗ ਦੇ ਵਿੱਚ ਜਦੋਂ ਸਤਿਗੁਰੂ ਬੈਠੇ ਸਨ ਉਦੋਂ ਇਹ ਰਾਮਾਨੰਦ ਜੀ ਆ ਕੇ ਗੁਰੂ ਨਾਨਕ ਸਾਹਿਬ ਦੀ ਸਿਫਤ ਸੁਣ ਕੇ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ। ਪਹਿਲਾਂ ਇਹ ਸਰਗੁਣ ਦੇ ਉਪਾਸਕ ਸਨ, ਬਾਅਦ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਪਦੇਸ਼ ਪ੍ਰਾਪਤ ਕਰਕੇ ਫਿਰ ਨਿਰਗੁਣ ਦੇ ਉਪਾਸਕ ਬਣੇ। ਨਿਰਗੁਣ ਉਹਨੂੰ ਕਿਹਾ ਜਾਂਦਾ ਜਿਹੜਾ ਸਾਰਿਆਂ ਥਾਵਾਂ ਤੇ ਜਰੇ ਜਰੇ ਵਿੱਚ ਸਮਾਇਆ ਹੈ, ਤੇ ਸਰਗੁਣ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਸਰੂਪ ਲੈ ਕੇ ਆਵੇ, ਅਵਤਾਰ ਲੈ ਕੇ ਆਵੇ। ਪਹਿਲਾਂ ਅਵਤਾਰਾਂ ਦੇ ਨਾਲ ਜੁੜੇ ਸਨ, ਬਾਅਦ ਵਿੱਚ ਉਹਦੇ ਨਾਲ ਜੁੜ ਗਿਆ ਜਿਹੜਾ ਸਾਰੇ ਥਾਵਾਂ ਤੇ ਸਮਾਇਆ ਹੋਇਆ।
ਭਗਤ ਕਬੀਰ ਸਾਹਿਬ ਜੀ ਦਾ ਵੀ ਬਚਨ ਲਿਖਿਆ ਵੀ 106 ਸਾਲ ਦੀ ਉਮਰ ਦੇ ਸਨ ਭਗਤ ਕਬੀਰ ਜੀ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਮਿਲੇ ਅਤੇ ਸਤਿਗੁਰਾਂ ਦੇ ਕੋਲੋਂ ਉਪਦੇਸ਼ ਪ੍ਰਾਪਤ ਕੀਤਾ। ਇਹ ਬਚਨ ਭਾਈ ਲਹਿਣਾ ਸਾਹਿਬ ਜੀ ਨੇ ਲਿਖਿਆ ਹੈ। ਬੜੇ ਵੱਡੇ ਧਰਮਾਤਮਾ ਗੁਰਮੁਖ ਹੋਏ ਖੋਜਕਾਰ, ਉਹਨਾਂ ਨੇ ਲਿਖਿਆ ਵੀ ਪਹਿਲਾਂ ਇਹ ਰਾਮਾਨੰਦ ਜੀ ਹੋ ਸਕਦਾ ਵੀ ਉਸ ਮੇਲੇ ਵਿੱਚ ਜਾਂਦੇ ਹੋਣ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਲ ਮਿਲਾਪ ਹੋ ਗਿਆ ਤੇ ਪ੍ਰਾਪਤੀ ਹੋ ਗਈ, ਫਿਰ ਕਹਿੰਦੇ ਵੀ ਹੁਣ ਕਿਤੇ ਜਾਣ ਦੀ ਲੋੜ ਨਹੀਂ, ਕੱਤ ਜਾਈਏ ਰੇ, ਕਿਉਂ ਜਾਣਾ ਹੈ ਕਿਤੇ ਭਾਈ, ਘਰ ਨਾਮ ਹਿਰਦੇ ਦਾ, ਵੀ ਸਾਡੇ ਹਿਰਦੇ ਵਿੱਚ ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ ਹੈ, ਹੁਣ ਕਿਤੇ ਜਾਣ ਦੀ ਲੋੜ ਨਹੀਂ ਹੈ। ਮੇਰਾ ਚਿੱਤ ਨ ਚੱਲੈ ਮਨ ਭਇਓ ਪੰਗ, ਮੇਰਾ ਚਿੱਤ ਮਨ ਹੁਣ ਕਿਸੇ ਤਰਫ ਜਾਂਦਾ ਹੀ ਨਹੀਂ। ਧਾਰਮਿਕ ਸਥਾਨ ਤੇ ਕਿਉਂ ਜਾਈਦਾ, ਘਰ ਵਿੱਚ ਮਨ ਨਹੀਂ ਟਿਕਦਾ, ਤੇ ਧਾਰਮਿਕ ਸਥਾਨ ਤੇ ਜਾਵਾਂਗੇ ਉੱਥੇ ਸਾਰੇ ਬੰਦਗੀ ਕਰਦੇ ਹੋਣਗੇ, ਮੈਂ ਵੀ ਬੰਦਗੀ ਕਰਾਂਗਾ ਤੇ ਮਨ ਟਿਕ ਜਾਏਗਾ। ਪਰ ਜ਼ਰੂਰੀ ਨਹੀਂ ਹੈ ਵੀ ਧਾਰਮਿਕ ਸਥਾਨ ਤੇ ਜਾ ਕੇ ਮਨ ਟਿਕ ਹੀ ਜਾਵੇ, ਹੋ ਸਕਦਾ ਵੀ ਜ਼ਿਆਦਾ ਵੀ ਭੜਕ ਪਵੇ ਦੁਨੀਆਦਾਰੀ ਵੇਖ ਕੇ। ਰਾਮਾਨੰਦ ਜੀ ਕਹਿੰਦੇ ਮੇਰਾ ਚਿੱਤ ਨਾ ਚੱਲੇ, ਮੇਰਾ ਹੁਣ ਮਨ ਕਿਸੇ ਬੰਨੇ ਜਾਂਦਾ ਹੀ ਨਹੀਂ। ਮੈਂ ਭਾਵੇਂ ਘਰੇ ਬੈਠਾ ਰਵਾਂ, ਭਾਵੇਂ ਰਸਤੇ 'ਚ ਬੈਠਾ ਰਵਾਂ, ਜੰਗਲ ਵਿੱਚ ਚਲੇ ਜਾਵਾਂ, ਨਦੀ ਕਿਨਾਰੇ ਚਲੇ ਜਾਵਾਂ, ਹੁਣ ਮੇਰਾ ਮਨ ਕਿਸੇ ਬੰਨੇ ਜਾਂਦਾ ਹੀ ਨਹੀਂ ਹੈ। ਤੇ ਪੁੱਛਿਆ ਚੇਲਿਆਂ ਨੇ, ਕਹਿੰਦੇ ਜੀ ਜਾਂਦਾ ਕਿਉਂ ਨਹੀਂ? ਤੇ ਉਸ ਵੇਲੇ ਫਰਮਾਉਂਦੇ ਹਨ, ਮੇਰਾ ਚਿੱਤ ਨ ਚੱਲੇ ਮਨ ਭਇਓ ਪੰਗ। ਪੰਗ ਤੋਂ ਭਾਵ ਹੈ ਪਿੰਗਲਾ, ਜਿਵੇਂ ਪਿੰਗਲਾ ਕੋੜੀ ਨਹੀਂ ਨਾ ਕਿਤੇ ਜਾ ਸਕਦਾ, ਜਿਹਦੀਆਂ ਲੱਤਾਂ ਮਾਰੀਆਂ ਹੁਣ ਹੱਥ ਕੰਮ ਨਾ ਕਰਦੇ, ਪਿੰਗਲਾ ਹੋਵੇ, ਉਹਨੂੰ ਜਿੱਥੇ ਬਿਠਾ ਦਈਏ ਉੱਥੇ ਹੀ ਬੈਠਾ ਰਹਿੰਦਾ ਹੈ, ਕਿਤੇ ਤੁਰ ਕੇ ਜਾ ਹੀ ਨਹੀਂ ਸਕਦਾ। ਤੇ ਪਿੰਗਲਾ ਹੀ ਸੀ ਨਾ ਬੀਬੀ ਰਜਨੀ ਦਾ ਪਤੀ, ਜਿਹਨੂੰ ਪਾ ਕੇ ਰੇੜੀ ਵਿੱਚ ਤੇ ਟੋਕਰੇ 'ਚ ਪਾ ਕੇ ਸਿਰ ਤੇ ਚੁੱਕ ਲੈਂਦੀ ਵਹਿੰਗੀ ਦੇ ਉੱਪਰ, ਜਿੱਥੇ ਰੱਖ ਦਿੰਦੀ ਉੱਥੇ ਹੀ ਉਹ ਪਿਆ ਰਹਿੰਦਾ। ਪਿੰਗਲਾ ਜਿਹੜਾ ਚੱਲ ਫਿਰ ਨਾ ਸਕੇ। ਕਹਿੰਦੇ ਮੇਰਾ ਮਨ ਇਸ ਵੇਲੇ ਪਿੰਗਲਾ ਹੋ ਗਿਆ ਵੀ ਇਹ ਕਿਤੇ ਜਾ ਤੇ ਆ ਸਕਦਾ ਹੀ ਨਹੀਂ, ਜਿੱਥੇ ਟਿਕ ਗਿਆ ਪਰਮਾਤਮਾ ਦੇ ਵਿੱਚ ਉੱਥੇ ਹੀ ਟਿਕ ਗਿਆ, ਹੁਣ ਕਿਤੇ ਜਾਂਦਾ ਹੀ ਨਹੀਂ। ਮੇਰਾ ਮਨ ਨਾ ਮਨ ਭਇਓ ਪੰਗ, ਪੰਗ ਤੋਂ ਭਾਵ ਪਿੰਗਲਾ, ਮੇਰਾ ਮਨ ਤੇ ਪਿੰਗਲਾ ਹੋ ਗਿਆ, ਹੁਣ ਕਿਸੇ ਬੰਨੇ ਦੌੜਦਾ ਨਹੀਂ, ਟਿਕ ਗਿਆ ਹੈ। ਮਹਾਰਾਜ ਕਿੱਥੇ ਟਿਕਿਆ? ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਟਿਕ ਗਿਆ ਹੈ। ਤੇ ਭਜਣਾ ਕਿੱਧਰ ਸੀਗਾ? ਭਜਦਾ ਹੈ ਮਨ ਸੰਕਲਪਾਂ ਦੇ ਵੱਲ। ਤੁਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੋਗੇ ਨਾ, ਤੇ ਗੁਰਬਾਣੀ ਦਾ ਪਾਠ ਪੂਰਾ ਨਹੀਂ ਹੋਇਆ, ਸੰਕਲਪ ਪਹਿਲਾਂ ਹੀ ਬਣ ਜਾਣਾ ਵੀ ਜੇ ਕਿਤੇ ਆਹ ਗੱਲ ਬਣ ਜਾਵੇ ਨਾ ਤੇ ਫਿਰ ਬੜੀ ਗੱਲ ਬਣੇਗੀ, ਤੇ ਜੇ ਕੁਝ ਆ ਮਿਲ ਜਾਵੇ ਤੇ ਫਿਰ ਬੜੀ ਗੱਲ ਬਣੇਗੀ। ਇਹਨੂੰ ਕਹਿੰਦੇ ਸੰਕਲਪ। ਬਾਣੀ ਪੜ੍ਹਦਾ ਪਿਆ ਪਰ ਨਾਲ ਸੰਕਲਪ ਵੀ ਕਰਦਾ ਹੈ। ਭਾਈ ਗੋਪਾਲਾ ਜੀ ਦੀ ਸਾਖੀ ਪੜ੍ਹਦੇ ਆਪਾਂ, ਜਪਜੀ ਸਾਹਿਬ ਦਾ ਪਾਠ ਸੁਣਾਇਆ ਤੇ ਅਖੀਰ ਤੇ ਜਾ ਕੇ ਬਚਨ ਪੜ੍ਹਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤੇ ਮਨ ਨੇ ਸੰਕਲਪ ਕਰ ਲਿਆ ਕਿ ਗੁਰੂ ਪਾਤਸ਼ਾਹ ਹੁਣ ਮੈਨੂੰ ਘੋੜਾ ਦੇ ਦੇਣ ਤੇ ਕਾਠੀ ਦੇ ਦੇਣ ਤੇ ਤਾਂ ਗੱਲ ਬਣਦੀ ਹੈ। ਇਹ ਤੇ ਭਾਈ ਗੋਪਾਲਾ ਜੀ ਦੀ ਅਵਸਥਾ ਹੈ। ਤੁਸੀਂ ਜਿੰਨੇ ਇਤਿਹਾਸਕਾਰਾਂ ਤੋਂ ਇਹ ਸਾਖੀ ਸੁਣੋਗੇ ਨਾ, ਉਹ ਬਚਨ ਇਹ ਸੁਣਾਉਂਦੇ ਵੀ ਸਾਰਾ ਪਾਠ ਉਹਨੇ ਮਨ ਟਿਕਾ ਕੇ ਸੁਣਾਇਆ। ਤੇ ਗੁਰਮੁਖੋ ਕਿੱਡੀ ਵੱਡੀ ਉਹਦੀ ਅਵਸਥਾ ਹੋਵੇਗੀ, ਕਿੰਨਾ ਜੀਵਨ ਹੋਵੇਗਾ ਜਿਹਨੇ ਪੂਰੇ ਜਪਜੀ ਸਾਹਿਬ ਦੇ ਵਿੱਚ ਮਨ ਟਿਕਾ ਲਿਆ। ਚਲੋ ਅਖੀਰਲੀ ਪੌੜੀ ਤੇ ਜਾ ਕੇ ਮਨ ਨੇ ਪੂਰਨਾ ਕੀਤਾ। ਅਸੀਂ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਬਾਅਦ ਵਿੱਚ ਕਰਦੇ ਆ, ਸਾਡਾ ਮਨ ਤੇ ਪਹਿਲਾਂ ਹੀ ਦੇਸ਼ ਵਿਦੇਸ਼ ਦੀਆਂ ਉਡਾਰੀਆਂ ਭਰ ਲੈਂਦਾ ਹੈ। ਇਹ ਭਾਈ ਗੋਪਾਲਾ ਜੀ ਦੀ ਕਮਾਈ ਹੈ। ਇਹਨੂੰ ਕਹਿੰਦੇ ਸੰਕਲਪ ਕਰਨਾ। ਬਾਣੀ ਪੜ੍ਹਦਾ ਪਿਆ ਨਾਲ ਫੁਰਨੇ ਵੀ ਕਰਦਾ ਵੀ ਆ ਵੀ ਗੱਲ ਬਣੇ, ਆ ਵੀ ਕੰਮ ਬਣੇ। ਰਾਮਾਨੰਦ ਜੀ ਕਹਿੰਦੇ ਮਨ ਭਇਓ ਪੰਗ, ਮੇਰਾ ਮਨ ਹੁਣ ਸੰਕਲਪ ਕਰਦਾ ਹੀ ਨਹੀਂ ਪਿਆ, ਸੋਚ ਕੋਈ ਹੈ ਹੀ ਨਹੀਂ ਵੀ ਆ ਵੀ ਮਿਲ ਜਾਵੇ, ਆ ਵੀ ਮਿਲ ਜਾਵੇ। ਮਨ ਮੂਸਾ ਪਿੰਗਲ ਭਇਓ ਪੀ ਪਾਰਾ ਹਰ ਨਾਮ, ਰਜਬ ਚਲੇ ਨਾ ਚੱਲ ਸਕੈ ਰਹਿਓ ਨਾਮ ਕਾ ਨਾਮ। ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਕਹਿਣ ਲੱਗੇ ਭਾਈ ਜਿਹੜਾ ਮਨ ਹੈ ਨਾ, ਇਹ ਤੇ ਮੂਸਾ ਕਹੀਏ ਚੂਹਾ ਬਣ ਗਿਆ, ਉਹ ਵੀ ਲੱਤਾਂ ਟੁੱਟੀਆਂ ਵਾਲਾ। ਤੇ ਟੁੱਟੀਆਂ ਲੱਤਾਂ ਵਾਲਾ ਚੂਹਾ ਕਿਤੇ ਜਾ ਨਹੀਂ ਸਕਦਾ, ਜਿੱਥੇ ਬੈਠਾ ਉਹਨੂੰ ਉੱਥੇ ਹੀ ਬੈਠਾ ਰਹਿਣਾ ਪੈਣਾ ਹੈ, ਕਿਉਂਕਿ ਲੱਤਾਂ ਨਾਲ ਹੀ ਭੱਜਣਾ, ਲੱਤਾਂ ਹੀ ਟੁੱਟ ਗਈਆਂ ਤੇ ਜਾਣਾ ਕਿੱਥੇ ਹੈ। ਕਹਿੰਦੇ ਮੇਰਾ ਮਨ ਚੂਹੇ ਵਰਗਾ ਹੋ ਗਿਆ, ਉਹ ਵੀ ਟੁੱਟੀਆਂ ਲੱਤਾਂ ਵਾਲਾ ਚੂਹਾ। ਇਹ ਜਿੱਥੇ ਟਿਕ ਗਿਆ ਨਾ ਹੁਣ ਉੱਥੇ ਹੀ ਟਿਕ ਗਿਆ, ਹੁਣ ਇਹ ਭੱਜੇਗਾ ਨਹੀਂ ਕਿਸੇ ਬੰਨੇ, ਦੌੜੇਗਾ ਨਹੀਂ ਕਿਸੇ ਬੰਨੇ। ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਹੈ। ਬਖਸ਼ਿਸ਼ ਕਰਦੇ ਖਾਨਾ ਰਾਉ ਏਕ ਦਿਵਸ ਮਨ ਭਈ ਉਮੰਗ। ਰਾਮਾਨੰਦ ਜੀ ਕਹਿਣ ਲੱਗੇ ਵੀ ਇੱਕ ਦਿਨ
ਅਗਿਆਨ ਦਸ਼ਾ ਵਿੱਚ ਪਹਿਲੇ ਦਿਨ ਮਨ ਵਿੱਚ ਦਰਸ਼ਨ ਕਰਨ ਦੀ ਉਹ ਮੰਗ ਇੱਛਾ ਪੈਦਾ ਹੋਈ। ਪਹਿਲਾਂ ਸੀਗਾ ਵੀ ਬੰਦਗੀ ਕਰੀਏ, ਨਾਮ ਜਪੀਏ, ਵੀ ਦਰਸ਼ਨਾਂ ਦੀ ਪ੍ਰਾਪਤੀ ਹੋਵੇ। ਸੋ ਇੱਕ ਦਿਵਸ ਜਦੋਂ ਅਗਿਆਨ ਸੀਗਾ, ਜਦੋਂ ਸਮਝ ਨਹੀਂ ਸੀ ਨਾ, ਆਮ ਹੀ ਸੰਸਾਰੀ ਲੋਕਾਂ ਵਰਗਾ ਜੀਵਨ ਸੀਗਾ, ਉਸ ਵੇਲੇ ਮਨ ਵਿੱਚ ਉਮੰਗ ਕਹੀਏ ਇੱਛਾ ਸੀ। ਕਾਹਦੀ? ਹੈ ਪਰਮਾਤਮਾ, ਇਹ ਗੁਰਮੁਖਾਂ ਦੇ ਦਰਸ਼ਨਾਂ ਦੀ ਇੱਛਾ ਹੈ। ਘਾਸ ਚੰਦਨ ਚੋਆ ਬਹੁ ਸੁਗੰਧ। ਉਸ ਵੇਲੇ ਉਸ ਦਿਨੋਂ ਇਹੋ ਹੀ ਮੇਰੀ ਵਿਅਕਤੀ ਚੰਦਨ ਘਸਾ ਕੇ, ਅਤਰ ਫਲੈਲ ਆਦਿ ਬਹੁਤੀਆਂ ਸੁਗੰਧੀਆਂ ਚੁਆ ਕੇ ਮੈਂ ਇਕੱਠੀਆਂ ਕਰ ਲਈਆਂ। ਦੂਜਿਆਂ ਦੇ ਵਾਂਗ ਜਿਵੇਂ ਲੋਕ ਜਾਂਦੇ ਸਨ ਮੰਦਰ ਦੀ ਪੂਜਾ ਕਰਨ, ਵੀ ਉੱਥੇ ਅਤਰ ਛਿੜਕਾਂ ਕੇ ਜਾ ਕੇ ਫੁੱਲਾਂ ਦੀ ਵਰਖਾ ਕਰਾਂਗੇ, ਚੰਦਨ ਜਾ ਕੇ ਚੜਾਵਾਂਗੇ। ਰਾਮਾਨੰਦ ਜੀ ਕਹਿੰਦੇ ਮੈਂ ਵੀ ਦੁਨੀਆਦਾਰੀ ਦੇ ਵਾਂਗ ਹੀ ਉਸ ਵੇਲੇ ਚੰਦਨ ਇਕੱਠਾ ਕਰ ਲਿਆ, ਫੁੱਲ ਇਕੱਠੇ ਕਰ ਲਏ, ਪੂਜਾ ਦੀ ਸਮੱਗਰੀ ਇਕੱਠੀ ਕਰ ਲਈ, ਵੀ ਚਲੋ ਚੱਲ ਕੇ ਫਿਰ ਉੱਥੇ ਮੰਦਰ ਵਿੱਚ ਪੂਜਾ ਕਰਾਂਗੇ। ਇਹ ਪਹਿਲੀ ਅਵਸਥਾ ਦੀ ਗੱਲ ਦੱਸਦੇ ਵੀ ਇਹ ਪਹਿਲੀ ਹਾਲਤ ਹੈ ਮੇਰੀ। ਕਹਿੰਦੇ ਇਸ ਤਰ੍ਹਾਂ ਤਿਆਰੀ ਕੀਤੀ ਹੈ। ਪੂਜਨ ਚਾਲੀ ਬ੍ਰਹਮ ਠਾਏ। ਉਹ ਜਿਹੜਾ ਬ੍ਰਹਮ ਕੁੰਡ ਮੰਦਰ ਬਣਿਆ ਨਾ, ਮੈਂ ਪੂਜਨ ਵਾਸਤੇ ਚੱਲਿਆ। ਲੋਕਾਂ ਦੇ ਵੱਲ ਵੇਖ ਕੇ, ਲੋਕ ਜੋ ਪੂਜਾ ਕਰਦੇ ਉਹਨਾਂ ਵੱਲ ਵੇਖ ਕੇ ਕਹਿੰਦੇ ਮੈਂ ਵੀ ਚੱਲ ਪਿਆ, ਵੀ ਚਲੋ ਚੰਦਨ ਲੈ ਕੇ ਚੱਲੀਏ, ਇਹਦਾ ਛਿੜਕਾਅ ਕਰਾਂਗੇ, ਫੁੱਲ ਲੈ ਕੇ ਚੱਲੀਏ, ਵਰਖਾ ਕਰਾਂਗੇ, ਹੋਰ ਸੁਗੰਧੀ ਦੀਆਂ ਵਸਤੂਆਂ ਵੀ ਨਾਲ ਲੈ ਕੇ। ਕਹਿੰਦੇ ਦੂਜਿਆਂ ਦੇ ਵਾਂਗ ਅਸੀਂ ਵੀ ਚੱਲ ਪਏ। ਕਿੱਥੇ ਚੱਲ ਪਏ? ਬ੍ਰਹਮ ਠਾਏ। ਇਹ ਜਿਹੜਾ ਬ੍ਰਹਮ ਦਾ ਮੰਦਰ ਹੈ ਨਾ, ਬ੍ਰਹਮ ਕੁੰਡ, ਕਹਿੰਦੇ ਅਸੀਂ ਵੀ ਉੱਥੇ ਚੱਲ ਪਏ। ਹਾਂ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਲ ਮਿਲਾਪ ਹੋਇਆ ਰਾਮਾਨੰਦ ਜੀ ਦਾ, ਇਹ ਭਾਈ ਲਹਿਣਾ ਸਾਹਿਬ ਜੀ ਨੇ ਲਿਖਿਆ, ਸਤਿਗੁਰਾਂ ਨੇ ਆਖਿਆ ਰਾਮਾਨੰਦ ਜੀ ਕਿਤੇ ਜਾਣ ਦੀ ਲੋੜ ਨਹੀਂ, ਕੋਈ ਚੰਦਨ ਕੋਈ ਫੁੱਲ ਭੇਟ ਕਰਨ ਦੀ ਲੋੜ ਨਹੀਂ। ਐਸੀ ਕਿਰਪਾ ਕੀਤੀ, ਉਪਦੇਸ਼ ਦਿੱਤਾ, ਜਿਸ ਬ੍ਰਹਮ ਨੂੰ ਉੱਥੇ ਮਿਲਣ ਵਾਸਤੇ ਜਾਣਾ ਉਹ ਬ੍ਰਹਮ ਹਿਰਦੇ ਵਿੱਚੋਂ ਹੀ ਪ੍ਰਗਟ ਕਰ ਦਿੰਦਾ। ਐਸੀ ਕਿਰਪਾ ਕੀਤੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਇਹ ਗੁਰਬਾਣੀ ਦੇ ਬਚਨ ਮਹਾਰਾਜ ਨੇ ਬਖਸ਼ੇ। ਜਿਸ ਨੂੰ ਬਾਹਰ ਲੱਭਦੇ ਫਿਰਦੇ ਉਹ ਅੰਦਰੋਂ ਮਨ ਵਿੱਚੋਂ ਹੀ ਪ੍ਰਗਟ ਹੋ ਗਿਆ। ਕਹਿਣ ਲੱਗੇ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਉਪਦੇਸ਼ ਦੇ ਕੇ, ਉਸ ਬ੍ਰਹਮ ਨੂੰ ਮਨ ਦੇ ਵਿੱਚੋਂ ਹੀ ਸਾਨੂੰ ਬਖਸ਼ਿਸ਼ ਕਰ ਦਿੱਤਾ, ਅੰਦਰੋਂ ਹੀ ਉਸ ਦੇ ਦਰਸ਼ਨ ਕਰਵਾ ਦਿੱਤੇ ਹਨ। ਚਾਹੇ ਜਾਈਏ ਤਹ ਜਲ ਪਖਾਨ। ਗੁਰਮੁਖੋ ਜਿੱਥੇ ਵੀ ਜਾਈਏ ਨਾ ਧਾਰਮਿਕ ਸਥਾਨ ਤੇ, ਕਹਿੰਦੇ ਜਲ ਪਖਾਨ, ਜਲ ਪਾਣੀ ਦੇ ਨਾਲ, ਕਹਿੰਦੇ ਵੀ ਪੱਥਰ ਹੀ ਧੋਤੇ ਜਾਂਦੇ। ਕੋਈ ਮੂਰਤੀ ਧੋਂਦਾ ਪਿਆ, ਕੋਈ ਪੱਥਰ ਧੋਂਦਾ ਪਿਆ, ਕੋਈ ਕੰਧਾ ਧੋਂਦਾ ਪਿਆ। ਜਿਹੇ ਜਾਈਏ, ਜਿੱਥੇ ਵੀ ਜਾਈਏ, ਧਾਰਮਿਕ ਸਥਾਨਾਂ ਤੇ ਕੀ ਹੋ ਰਿਹਾ? ਧਾਰਮਿਕ ਸਥਾਨਾਂ ਤੇ ਪੂਜਾ ਹੋ ਰਹੀ ਹੈ। ਕਹਿੰਦੇ ਜਿੱਥੇ ਵੀ ਜਾਂਦੇ ਹਾਂ ਜਲ ਪਖਾਨ, ਪਾਣੀ ਦੇ ਨਾਲ ਪੱਥਰ ਧੋਤਾ ਜਾਂਦਾ ਹੈ। ਭਾਵੇਂ ਉਹ ਪੱਥਰ ਪੈਰਾਂ ਵਿੱਚ ਲੱਗਾ ਹੋਵੇ ਤੇ ਭਾਵੇਂ ਉਹ ਮੂਰਤੀ ਦੇ ਰੂਪ ਦੇ ਵਿੱਚ ਪਿਆ ਹੋਵੇ, ਸਾਰਿਆਂ ਥਾਵਾਂ ਤੇ ਪੱਥਰ ਦੀ ਪੂਜਾ ਹੈ। ਤੂੰ ਪੂਰ ਰਹਿਓ ਹੈ ਸਭ ਸਮਾਨ। ਹੈ ਪਰਮਾਤਮਾ, ਤੂੰ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ। ਕੱਲਾ ਮੰਦਰ ਦਾ ਇਸ਼ਨਾਨ ਕਰਾ ਕੇ ਥੋੜੀ ਗੱਲ ਬਣ ਜਾਣੀ ਹੈ, ਕੱਲਾ ਪੱਥਰ ਦਾ ਇਸ਼ਨਾਨ ਕਰਾ ਕੇ ਥੋੜੀ ਗੱਲ ਬਣਨੀ ਹੈ। ਤੂੰ ਤੇ ਸਾਰਿਆਂ ਦੇ ਵਿੱਚ ਸਮਾਨ ਹੈ, ਬਰਾਬਰ ਹੈ। ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਜਿੱਥੇ ਤੁਸੀਂ ਨਾ ਹੋਵੋ। ਤੁਸੀਂ ਸਾਰਿਆਂ ਥਾਵਾਂ ਤੇ ਸਮਾਏ ਹੋਏ। ਐਸੀ ਆਪ ਦੀ ਵੱਡੀ ਬਰਕਤ ਹੈ। ਵੇਦ ਪੁਰਾਣ ਸਭ ਦੇਖੇ ਜੋਏ। ਗੁਰਮੁਖੋ 4 ਵੇਦ ਨੇ, ਰਿਗ ਵੇਦ, ਜਜੁਰ ਵੇਦ, ਅਥਰਵਣ ਵੇਦ ਤੇ ਅਸ਼ਾਮ ਵੇਦ। ਤੇ 18 ਪੁਰਾਣ ਨੇ ਧਾਰਮਿਕ, ਸ਼ਿਵ ਪੁਰਾਣ, ਗਰੁੜ ਪੁਰਾਣ, ਉਹਨਾਂ ਦੇ ਨਾਮ ਲਿਖੇ ਨੇ। ਸੋ ਐਸੇ ਤਰ੍ਹਾਂ ਕਹਿਣ ਲੱਗੇ ਵੀ ਜਿਹੜੇ 18 ਪੁਰਾਣ ਨੇ ਤੇ ਜਿਹੜੇ 4 ਵੇਦ ਨੇ, ਸਭ ਦੇਖੇ ਜੋਏ। ਜੋਏ ਤੋਂ ਭਾਵ ਹੁੰਦਾ ਨਿਰਣਾ ਕਰਕੇ। ਆਪਾਂ ਅੱਜ ਦੀ ਭਾਸ਼ਾ ਵਿੱਚ ਕਹਿ ਲਈਏ ਵੀ ਚੰਗੀ ਤਰ੍ਹਾਂ ਤਹਿਕੀਕਾਤ ਕੀਤੀ ਹੈ, ਚੰਗੀ ਤਰ੍ਹਾਂ ਫਰੋਲਿਆ, ਉਹਨਾਂ ਦੇ ਪੰਨੇ ਪੜ੍ਹੇ, ਉਹਨਾਂ ਪੰਨਿਆਂ ਦੇ ਫਿਰ ਅਰਥ ਪੜ੍ਹੇ, ਉਹਦੇ ਵਿੱਚੋਂ ਫਿਰ ਨਿਚੋੜ ਕੱਢਿਆ। ਜਦੋਂ 4 ਵੇਦ ਪੜ੍ਹੇ ਤੇ 18 ਪੁਰਾਣ ਪੜ੍ਹੇ, ਪੜ੍ਹ ਕੇ ਉਹਨਾਂ ਦਾ ਨਿਚੋੜ ਕੱਢਿਆ, ਤੱਤ ਕੱਢਿਆ ਵੀ ਇਹ ਗ੍ਰੰਥ ਕੀ ਕਹਿੰਦਾ ਹੈ, ਇਹਦੇ ਵਿੱਚ ਕੀ ਲਿਖਿਆ ਹੈ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਉਹ ਜਿਹੜੇ 4 ਵੇਦ ਨੇ ਜਾਂ 18 ਪੁਰਾਣ ਨੇ, ਉਹ ਇਹ ਗੱਲ ਕਹਿੰਦੇ ਨੇ ਸਾਰੇ ਸਰਬੰ ਖਾਲ ਵਿਦੰ ਬ੍ਰਹਮ। ਇਹ ਉਹਨਾਂ ਧਾਰਮਿਕ ਗ੍ਰੰਥਾਂ ਦੀ ਪੰਕਤੀ ਹੈ। ਉਹ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਵੀ ਸਾਰਿਆਂ ਥਾਵਾਂ ਤੇ ਪਰਮਾਤਮਾ ਹੀ ਹੈ। ਇਹ ਨਿਚੋੜ ਕੱਢਿਆ। 4 ਪੁਰਾਣ ਨੇ, 4 ਵੇਦ ਨੇ, 18 ਪੁਰਾਣ ਨੇ।
ਉਹਨਾਂ ਨੂੰ ਪੜ੍ਹ ਕੇ ਜਦੋਂ ਚੰਗੀ ਤਰ੍ਹਾਂ ਉਹਨਾਂ ਦਾ ਟੀਕਾ ਕੀਤਾ, ਉਹਦੇ ਅਰਥ ਕੀਤੇ, ਉਹਦਾ ਨਿਚੋੜ ਕੱਢਿਆ ਤੇ ਉਹਦੇ ਵਿੱਚੋਂ ਬਚਨ ਇਹ ਨਿਕਲ ਆਇਆ ਵੀ ਪਰਮਾਤਮਾ ਹੀ ਸਾਰੇ ਥਾਵਾਂ ਤੇ ਹੈ। ਕਹਿੰਦੇ ਜਦੋਂ ਉਹਨਾਂ ਨੇ ਗੱਲ ਹੀ ਇਹ ਕਹਿ ਦਿੱਤੀ ਹੈ ਵੀ ਰੱਬ ਹੈ ਹੀ ਸਾਰੇ ਥਾਵਾਂ ਤੇ, ਫਿਰ ਤੁਸੀਂ ਮੈਨੂੰ ਮੰਦਿਰ ਵਿੱਚ ਕਿਉਂ ਲਿਜਾਣਾ ਚਾਹੁੰਦੇ ਹੋ ਤੇ ਕਿਉਂ ਪੂਜਾ ਕਰਾਉਣੀ ਚਾਹੁੰਦੇ ਹੋ? ਉਹ ਤਾਂ ਹੈ ਹੀ ਸਾਰਿਆਂ ਵਿੱਚ ਮਿਲਿਆ ਹੋਇਆ, ਬਖਸ਼ਿਸ਼ ਕਰਦੇ ਹਨ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਕਹਿੰਦੇ ਉਹਾਂ ਉਸ ਮੰਦਿਰ ਵਿੱਚ ਚੱਲ ਕੇ ਤੇ ਮੈਂ ਤਾਂ ਜਾਵਾਂ ਨਾ ਜੇ ਪਰਮਾਤਮਾ ਇੱਥੇ ਨਾ ਹੋਵੇ। ਉਹ ਤੇ ਇੱਥੇ ਵੀ ਹੈ ਜਿੱਥੇ ਮੈਂ ਬੈਠਾ, ਇੱਥੇ ਵੀ ਹੈ। ਘਰੇ ਬੈਠੇ ਰਹੀਏ ਤੇ ਤਾਂ ਵੀ ਉਹ ਹੈ, ਘਰੋਂ ਨਿਕਲ ਕੇ ਬਾਹਰ ਤੁਰੀਏ ਤੇ ਤਾਂ ਵੀ ਉਹ ਹੈ। ਕਹਿੰਦੇ ਭਾਈ ਘਰ ਛੱਡ ਕੇ ਬਾਹਰ ਮੰਦਿਰਾਂ ਨੂੰ, ਮਸੀਤਾਂ ਨੂੰ, ਧਾਰਮਿਕ ਸਥਾਨਾਂ ਨੂੰ ਤਾਂ ਤੁਰੀਏ ਜੇ ਪਰਮਾਤਮਾ ਘਰ ਵਿੱਚ ਨਾ ਹੋਵੇ। ਉਹ ਤੇ ਸਾਰੇ ਥਾਵਾਂ ਤੇ ਹੈ। ਸਰਬੀ ਰੰਗੀ ਰੂਪੀ ਤੂੰ ਹੈ, ਸਾਰਿਆਂ ਰੰਗਾਂ ਵਿੱਚ, ਸਾਰਿਆਂ ਰੂਪਾਂ ਵਿੱਚ ਪਰਮਾਤਮਾ ਤੂੰ ਹੀ ਬੈਠਾ ਹੈ। ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਜਿੱਥੇ ਤੂੰ ਨਾ ਹੋਵੇ। ਕਹਿੰਦੇ ਭਾਈ ਉਹਾਂ ਤੋਂ ਜਾਈਏ, ਉਥੇ ਤਾਂ ਜਾਈਏ ਨਾ ਮੰਦਿਰ ਦੇ ਵਿੱਚ ਜੋ ਇਹਾਂ ਨਾ ਹੋਏ। ਜੇ ਰੱਬ ਇੱਥੇ ਨਾ ਹੋਵੇ ਉਹ ਤੇ ਇੱਥੇ ਵੀ ਸਮਾਇਆ ਹੋਇਆ ਹੈ। ਸਤਿਗੁਰ ਮੈਂ ਬਲਿਹਾਰੀ ਤੋਰ। ਐ ਸਤਿਗੁਰੂ ਮੈਂ ਆਪ ਜੀ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਸਦਕੇ ਜਾਂਦਾ ਹਾਂ। ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਜਿਸ ਗੁਰੂ ਨੇ ਕਿਰਪਾ ਕਰਕੇ ਵਿਆਕਲ ਕਰਨ ਵਾਲੇ ਜਿਹੜੇ ਭਰਮ ਨੇ ਸਾਰੇ ਹੀ ਕੱਢ ਦਿੱਤੇ। ਵਿਆਕਲ ਤੋਂ ਭਾਵ ਹੁੰਦਾ ਗੁਰਮੁਖੋ ਦੁਖੀ ਹੋਣਾ। ਇਧਰੋਂ ਖਬਰ ਮਿਲੀ ਆ ਰੋਣ ਲੱਗ ਪਿਆ, ਉਧਰੋਂ ਖਬਰ ਮਿਲੀ ਆ ਚਿੰਤਾ ਪੈ ਗਈ, ਟੈਨਸ਼ਨ ਪੈ ਗਈ। ਇਹ ਜਿਹੜੇ ਦੁਨੀਆ ਦੇ ਦੁੱਖ ਦੇਣ ਵਾਲੇ ਕੰਮ ਨੇ ਉਹਨੂੰ ਕਹਿੰਦੇ ਵਿਆਕਲ ਹੋ ਜਾਣਾ। ਇਹ ਬੜਾ ਵਿਆਕਲ ਹੈ, ਬੜਾ ਦੁਖੀ ਹੈ। ਕਹਿਣ ਲੱਗੇ ਸਕਲ ਵਿਕਲ, ਜਿੰਨੇ ਵੀ ਵਿਆਕਲ ਕਰਨ ਵਾਲੇ ਕੰਮ ਨੇ, ਜਾਂ ਸਿੱਧੀ ਭਾਸ਼ਾ ਵਿੱਚ ਕਹੋ ਵੀ ਜਿੰਨੀਆਂ ਵੀ ਗੱਲਾਂ ਦੁਖੀ ਕਰਨ ਵਾਲੀਆਂ ਨਾ, ਇਹ ਸਾਰੇ ਭਰਮ ਕਰਕੇ ਨੇ। ਤੇ ਗੁਰੂ ਨੇ ਭਰਮ ਹੀ ਕੱਟ ਦਿੱਤਾ। ਜਦੋਂ ਜਾੜੀ ਟੁੱਟ ਗਈ ਨਾ, ਜਾੜੀ ਸੁੱਕ ਗਈ ਤੇ ਰੁੱਖ ਆਪੇ ਹੀ ਸੁੱਕ ਜਾਣਾ ਹੈ। ਭਰਮ ਕਰਕੇ ਹੀ ਦੁਖੀ ਬੰਦਾ ਹੁੰਦਾ। ਗੁਰੂ ਨੇ ਭਰਮ ਦੀ ਜਾੜੀ ਕੱਟ ਦਿੱਤੀ ਹੈ ਤੇ ਨਾਲ ਹੀ ਵਿਆਕਲ ਹੋਣਾ, ਦੁਖੀ ਹੋਣਾ ਇਹ ਵੀ ਮੁੱਕ ਜਾਂਦਾ ਹੈ। ਰਾਮਾਨੰਦ ਸੁਆਮੀ ਰਮਤ ਬ੍ਰਹਮ। ਰਾਮਾਨੰਦ ਜੀ ਦਾ ਇਹ ਪਵਿੱਤਰ ਸ਼ਬਦ ਹੈ। ਰਾਮਾਨੰਦ ਜੀ ਕਹਿਣ ਲੱਗੇ ਕਿ ਉਹ ਜਿਹੜਾ ਰਮਿਆ ਹੋਇਆ, ਸਮਾਇਆ ਹੋਇਆ ਪਰਮਾਤਮਾ ਹੈ, ਮੈਂ ਉਸ ਦੇ ਨਾਮ ਨੂੰ ਉਚਾਰਦਾ ਹਾਂ। ਰਮਤ ਤੋਂ ਭਾਵ ਉਚਾਰਨਾ। ਰਾਮਾਨੰਦ ਜੀ ਭਗਤ ਜੀ ਦਾ ਨਾਮ ਹੈ। ਇਹ ਭਗਤ ਕਬੀਰ ਸਾਹਿਬ ਜੀਆਂ ਦੇ ਗੁਰੂ ਹੋਏ ਨੇ, ਉਪਦੇਸ਼ ਦੇਣ ਵਾਲੇ। ਭਗਤ ਸੈਨ ਜੀਆਂ ਨੂੰ ਉਪਦੇਸ਼ ਦਿੱਤਾ। ਐਸੇ ਧਰਮਾਤਮਾ ਗੁਰਮੁਖ ਸਾਨੇ ਰਾਮਾਨੰਦ ਜੀ ਕਹਿਣ ਲੱਗੇ ਅਸੀਂ ਤੇ ਉਸ ਬ੍ਰਹਮ ਨੂੰ ਰਮਤ ਕਹੀਏ, ਉਚਾਰਦੇ, ਉਹਦੇ ਨਾਮ ਦਾ ਹੀ ਜ਼ਿਕਰ ਕਰਦੇ ਹਾਂ। ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਕਿਉਂਕਿ ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਕਰੋੜਾਂ ਕਰਮਾਂ ਨੂੰ ਨਾਸ ਕਰ ਦਿੰਦਾ ਹੈ। ਗੁਰੂ ਦੇ ਸ਼ਬਦ ਦੀ ਇੰਨੀ ਕਮਾਈ ਹੈ, ਇੰਨੀ ਬਖਸ਼ਿਸ਼ ਹੈ। ਜਿਨੇ ਸ਼ਬਦ ਨੂੰ ਪੜ੍ਹ ਲਿਆ ਉਹਦੇ ਕਰੋੜਾਂ ਕਰਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ। ਗੁਰਮੁਖੋ ਅੱਜ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਗੁਰਿਆਈ ਦਿਹਾੜਾ ਪ੍ਰਾਪਤ ਹੋ ਰਿਹਾ ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹਰੇਕ ਅੰਗ ਦੇ ਉੱਪਰ ਬੇਅੰਤ ਸ਼ਬਦ ਮਹਾਰਾਜ ਦੇ ਬਖਸ਼ਿਸ਼ ਕੀਤੇ, ਜਿਹੜੇ ਕਿ ਗੁਰੂ ਦੇ ਸ਼ਬਦ ਕਰਮਾਂ ਨੂੰ ਹੀ ਕੱਟ ਦਿੰਦੇ। ਜਿਨ੍ਹਾਂ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੂੰ ਪ੍ਰਾਪਤੀ ਹੋਈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਐਸੇ ਸਮਰੱਥ ਸਤਿਗੁਰੂ ਜੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਗੁਰਬਾਣੀ ਆਈ ਹੈ ਤੇ ਰਬਾਬ ਵਜਾਓ। ਆਪ ਗੁਰਬਾਣੀ ਦਾ ਸ਼ਬਦ ਪੜ੍ਹਦੇ, ਸੰਗਤ ਸਰਵਣ ਕਰਦੀ ਤੇ ਉਸ ਸ਼ਬਦ ਨੂੰ ਪੋਥੀ ਵਿੱਚ ਲਿਖ ਲਿਆ ਜਾਂਦਾ। ਉਹ ਪੋਥੀ ਜੋ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰੇ, ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਆਪ ਜੀ ਨੇ ਦਿੱਤੀ ਤੇ ਨਾਲ ਹੀ ਉਹ ਸ਼ਬਦਾਂ ਦੀ ਪੋਥੀ ਵੀ ਬਖਸ਼ਿਸ਼ ਕਰ ਦਿੱਤੀ। ਗੁਰੂ ਅੰਗਦ ਸਾਹਿਬ ਨੇ ਬਾਣੀ ਜਿਹੜੀ ਰਚੀ ਉਹ ਗ੍ਰੰਥਾਂ ਵਿੱਚ